ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸਟੂਡੈਂਟਸ, ਅੱਜ ਆਪਾਂ ਜਿਹੜਾ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਉਸ ਚੈਪਟਰ ਦਾ ਨਾਮ ਹੈ ਜੀ ਕੈਮੀਕਲ ਬੌਂਡਿੰਗ। ਸੋ ਪਹਿਲਾਂ ਆਪਾਂ ਕੈਮੀਕਲ ਬੌਂਡਿੰਗ ਬਾਰੇ ਡਿਸਕਸ ਕਰਦੇ ਹਾਂ। ਕੈਮੀਕਲ ਬੌਂਡਿੰਗ ਐਕਚੁਅਲੀ ਹੁੰਦੀ ਕੀ ਆ। ਸੋ ਵਟ ਇਜ਼ ਦ ਕੈਮੀਕਲ ਬੌਂਡਿੰਗ? Chemical bonding, this is the force of attraction. This is the force of attraction. Force of attraction which binds the atoms together, which binds the atoms together in a molecule, right? What is chemical bonding? This is the force of attraction which binds the atom together in a molecules. So O ਖਿਚਾਓ ਬਲ ਜਿਹੜਾ ਕਿਸੇ ਵੀ ਅਣੂ ਦੇ ਵਿੱਚ ਅਲੱਗ-ਅਲੱਗ ਪਰਮਾਣੂਆਂ ਨੂੰ ਇੱਕ ਦੂਜੇ ਨਾਲ ਬੰਨ੍ਹ ਕੇ ਰੱਖਦਾ ਹੈ, ਰਾਈਟ? ਜਿਵੇਂ ਆ ਮੇਰੇ ਕੋਲ ਸਪੋਜ਼ ਹਾਈਡਰੋਜਨ ਦਾ ਮੋਲੀਕਿਊਲ ਹੈ। ਦਿਸ ਇਜ਼ ਹਾਈਡਰੋਜਨ ਮੋਲੀਕਿਊਲ। ਐਕਚੁਅਲੀ ਇਹ ਹਾਈਡਰੋਜਨ ਮੋਲੀਕਿਊਲ ਦੋ ਹਾਈਡਰੋਜਨ ਐਟਮ ਦਾ ਬਣਿਆ ਹੋਇਆ ਔਰ ਇਹ ਦੋਨੋਂ ਹਾਈਡਰੋਜਨ ਐਟਮ ਇੱਕ ਫੋਰਸ ਆਫ ਅਟਰੈਕਸ਼ਨ ਦੇ ਨਾਲ ਇੱਕ ਦੂਜੇ ਨਾਲ ਜੁੜੇ ਰਹਿੰਦੇ ਆ। ਐਂਡ ਦਿਸ ਫੋਰਸ ਆਫ ਅਟਰੈਕਸ਼ਨ, ਦਿਸ ਇਜ਼ ਨੋਨ ਐਜ਼ ਦਾ ਕੈਮੀਕਲ ਬੌਂਡਿੰਗ। ਸੋ ਇਹ ਐਟਮ ਹਵਾ ਦੇ ਵਿੱਚ ਨਹੀਂ ਤੁਰੇ ਫਿਰਦੇ। ਜੇ ਅਸੀਂ ਵਾਟਰ ਦੀ ਐਗਜ਼ਾਮਪਲ ਲਈਏ H2O, ਵਾਟਰ ਦੇ ਕੇਸ ਦੇ ਵਿੱਚ ਇੱਕ ਆਕਸੀਜਨ, ਦੋ ਹਾਈਡਰੋਜਨ, ਆਕਸੀਜਨ ਮਿਡਲ ਦੇ ਵਿੱਚ, ਇੱਕ ਹਾਈਡਰੋਜਨ ਇੱਧਰ, ਇੱਕ ਹਾਈਡਰੋਜਨ ਇੱਧਰ। ਤਾਂ ਇਹਨਾਂ ਦੇ ਵਿੱਚ ਵੀ ਆ ਜਿਹੜਾ ਅਟਰੈਕਟਿਵ ਫੋਰਸ ਹੈ, that attractive force is known as the chemical bonding. So what is the chemical bonding? This is the force of attraction which binds the atom together in a molecules, right? ਹੁਣ ਅੱਗੇ ਆਪਾਂ chemical bondings ਕੀ ਹੁੰਦੀ ਆ, ਕਿਉਂ ਬਣਾਉਂਦੇ ਐਟਮ ਇੱਕ ਦੂਜੇ ਨਾਲ chemical bond, right? So what is the cause of chemical bonding? So I'm going to rub this. What is the cause of chemical bonding? ਹੋਰ ਮੈਂ ਦੱਸ ਦਿੰਨੀ ਆ। ਜਿਸ ਤਰ੍ਹਾਂ ਅਸੀਂ ਸੋਡੀਅਮ ਕਲੋਰਾਈਡ ਦਾ ਮੋਲੀਕਿਊਲ ਲਿੱਤਾ, ਸੋਡੀਅਮ ਕਲੋਰਾਈਡ, ਦਿਸ ਵਨ ਇਜ਼ ਸੋਡੀਅਮ ਕਲੋਰਾਈਡ। ਇਸ ਸੋਡੀਅਮ ਕਲੋਰਾਈਡ ਦੇ ਮੋਲੀਕਿਊਲਸ ਦੇ ਵਿੱਚ ਸੋਡੀਅਮ ਤੇ ਕਲੋਰਾਈਡ ਆਇਨਸ ਇੱਕ ਦੂਜੇ ਨਾਲ ਜਿਹੜੀ ਫੋਰਸ ਆਫ ਅਟਰੈਕਸ਼ਨ ਦੇ ਨਾਲ ਜੁੜੇ ਹੋਏ ਹੁੰਦੇ ਆ, ਦੈਟ ਇਜ਼ ਨੋਨ ਐਜ਼ ਕੈਮੀਕਲ ਬੌਂਡਿੰਗ। ਮਤਲਬ ਕਿਸੇ ਵੀ ਮੋਲੀਕਿਊਲ ਦੇ ਵਿੱਚ ਐਟਮ ਹਵਾ ਦੇ ਵਿੱਚ ਨਹੀਂ ਹੁੰਦੇ, ਬਲਕਿ ਕੋਈ ਰੱਸੀਆਂ ਜਿਹੜੀਆਂ ਨਾ ਐਟਮਸ ਨੂੰ ਆਪਸ ਦੇ ਵਿੱਚ ਇੱਕ ਦੂਜੇ ਨਾਲ ਬੰਨ੍ਹ ਕੇ ਰੱਖਦੀਆਂ, ਰਾਈਟ? ਸੋ ਅਗਲਾ ਟੌਪਿਕ ਜਿਹੜਾ ਆਪਾਂ ਡਿਸਕਸ ਕਰਨਾ ਹੈ, that is cause of chemical bonding. Cause of chemical bonding. Chemical bonding. Why do atoms combine with each other? Atom ਇੱਕ ਦੂਜੇ ਨਾਲ ਕਿਉਂ ਜੁੜ ਕੇ ਰਹਿੰਦੇ ਆ? Why do atom combine with each other? ਸੋ ਇਹਦੇ ਵਾਸਤੇ ਦੋ ਰੀਜ਼ਨ ਹੈ ਜਿਹਦੇ ਨਾਲ ਅਸੀਂ ਇਹ ਡਿਸਕਸ ਕਰ ਸਕਦੇ ਹਾਂ ਕਿ ਐਟਮ ਇੱਕ ਦੂਜੇ ਨਾਲ ਕੰਬਾਈਨ ਹੋ ਕੇ ਇਹ ਕਿਉਂ ਰਹਿੰਦੇ ਆ। ਫਸਟ ਜਿਹੜਾ ਰੀਜ਼ਨ ਹੈ, ਦੈਟ ਇਜ਼ ਟੈਂਡੈਂਸੀ ਟੂ ਐਕਵਾਇਰ nearest noble gas configuration. ਇੱਕ ਕਾਰਨ ਹੈ ਟੈਂਡੈਂਸੀ ਟੂ ਐਕਵਾਇਰ ਨੀਅਰੈਸਟ ਨੋਬਲ ਗੈਸ ਕਨਫਿਗਰੇਸ਼ਨ। ਇੱਕ ਇਹਦਾ ਕਾਰਨ ਹੈ ਕਿ ਐਟਮ ਦੀ ਜਿਹੜੀ ਕਨਫਿਗਰੇਸ਼ਨ ਹੈ ਨੀਅਰੈਸਟ ਨੋਬਲ ਗੈਸ ਵਾਲੀ ਹੋ ਜਾਵੇ, ਉਹਦੇ ਕਰਕੇ ਐਟਮ ਇੱਕ ਦੂਜੇ ਨਾਲ ਕੰਬਾਈਨ ਹੋ ਕੇ ਰਹਿੰਦੇ ਆ। ਟੈਂਡੈਂਸੀ ਟੂ ਐਕਵਾਇਰ ਨੀਅਰੈਸਟ ਨੋਬਲ ਗੈਸ ਕਨਫਿਗਰੇਸ਼ਨ, ਇਸ ਪੁਆਇੰਟ ਨੂੰ ਮੈਂ ਹੁਣ ਡਿਸਕਸ ਕਰਦੀ ਹਾਂ। ਜਿਵੇਂ ਰਾਜੇ ਮੇਰੇ ਕੋਲ ਹਾਈਡਰੋਜਨ ਹੈ, ਹਾਈਡਰੋਜਨ ਦਾ ਐਟੋਮਿਕ ਨੰਬਰ 1 ਕਨਫਿਗਰੇਸ਼ਨ ਹੈਗੀ ਆ 1s1। ਇਹ ਕਨਫਿਗਰੇਸ਼ਨ ਸਟੇਬਲ ਨਹੀਂ ਹੈਗੀ, ਰਾਈਟ? ਕਿਉਂਕਿ ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਹੈ। ਜੇ ਦੋ ਹੁੰਦੇ ਤਾਂ ਸਟੇਬਲ ਹੋਣੀ ਸੀ, ਕਿਉਂਕਿ ਐਸ ਮੈਕਸਿਮਮ ਕਿੰਨੇ ਇਲੈਕਟ੍ਰੋਨ ਕੈਰੀ ਕਰ ਸਕਦਾ? 2, ਰਾਈਟ? ਇਹਦੇ ਕੰਪੈਰੀਟਿਵਲੀ ਆਪਾਂ ਹੀਲੀਅਮ ਦਾ ਐਟਮ ਦੇਖ ਲਈਏ। ਹੀਲੀਅਮ एटॉमिक नंबर कितना है हीलियम का 2, इलैक्ट्रॉनिक कन्फिगरेशन आऊगी 1s2।
ਤਾਂ ਹੀਲੀਅਮ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹਾਈਡਰੋਜਨ ਦੇ ਕੰਪੈਰੀਟਿਵਲੀ ਜ਼ਿਆਦਾ ਸਟੇਬਲ ਹੈ, ਰਾਈਟ। ਤਾਂ ਹਾਈਡਰੋਜਨ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਹੈ, ਇਹਦੇ ਦੋ ਹੈ। ਹਾਈਡਰੋਜਨ ਇਹ ਚਾਹੁੰਦਾ ਕਿ ਉਹਦੀ ਵੀ ਕਨਫੀਗਰੇਸ਼ਨ ਹੀਲੀਅਮ ਵਰਗੀ ਸਟੇਬਲ ਬਣ ਜਾਵੇ, ਰਾਈਟ। ਇਸ ਕਰਕੇ ਇਹ ਹਮੇਸ਼ਾ ਦੂਸਰੇ ਐਟਮ ਨੂੰ ਲੱਭਦਾ ਰਹਿੰਦਾ ਜਿਹਦੇ ਨਾਲ ਇਲੈਕਟ੍ਰੋਨ ਸਾਂਝੇ ਕਰਕੇ ਸ਼ੇਅਰ ਕਰਕੇ ਇਹ ਵੀ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚ ਦੋ ਇਲੈਕਟ੍ਰੋਨ ਨੂੰ ਪੂਰਾ ਕਰ ਸਕੇ, ਰਾਈਟ। ਹੋਰ ਆਪਾਂ ਦੇਖ ਲੈਂਦੇ ਹਾਂ, ਜਿਸ ਤਰ੍ਹਾਂ ਸੋਡੀਅਮ ਕਲੋਰਾਈਡ ਦੀ ਐਗਜ਼ਾਮਪਲ ਆਪਾਂ ਲਈਏ। ਸੋਡੀਅਮ ਕਲੋਰਾਈਡ ਦੇ ਕੇਸ ਦੇ ਵਿੱਚ ਕੀ ਹੈ ਸਾਡੇ ਕੋਲ NaCl। NaCl ਦੇ ਵਿੱਚ ਇਹ ਇੱਕ ਸੋਡੀਅਮ ਐਟਮ ਤੇ ਦੂਸਰਾ ਕਲੋਰੀਨ ਐਟਮ ਨੂੰ ਮਿਲ ਕੇ ਇਹ ਮੋਲੀਕਿਊਲ ਬਣਿਆ ਹੋਇਆ, ਰਾਈਟ। ਤਾਂ ਇਹਦੇ 'ਚ ਕਿਹੜੇ ਦੋ ਐਟਮ ਪਾਰਟਿਸਿਪੇਟ ਕਰ ਰਹੇ ਆ? ਵਨ ਇਜ਼ ਸੋਡੀਅਮ ਐਂਡ ਅਦਰ ਵਨ ਇਜ਼ ਕਲੋਰੀਨ। ਸੋਡੀਅਮ ਜਿਹਦਾ ਐਟੋਮਿਕ ਨੰਬਰ 11 ਹੈ, ਇਲੈਕਟ੍ਰੋਨਿਕ ਕਨਫੀਗਰੇਸ਼ਨ 1s2 2s2, ਰਾਈਟ, 2p6 ਐਂਡ 3s1, ਰਾਈਟ। ਸੋਡੀਅਮ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਹੈ ਔਰ ਸੋਡੀਅਮ ਦੀ ਨੀਅਰੈਸਟ ਨੋਬਲ ਗੈਸ ਕਿਹੜੀ ਹੈ? ਦੈਟ ਇਜ਼ ਨਿਓਨ, ਜਿਹਦਾ ਐਟੋਮਿਕ ਨੰਬਰ ਹੈ 10। ਕਨਫੀਗਰੇਸ਼ਨ 1s2 2s2 2p6 ਹੁੰਦੀ ਹੈ ਔਰ ਆਹ ਕਨਫੀਗਰੇਸ਼ਨ ਜ਼ਿਆਦਾ ਸਟੇਬਲ ਹੈ ਕਿਉਂਕਿ ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਹੈ। ਸੋ ਅਸੀਂ ਇਹ ਮੰਨਦੇ ਆ ਕਿ ਜਿਨ੍ਹਾਂ ਐਟਮ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਜਾਂ ਤਾਂ 2 ਇਲੈਕਟ੍ਰੋਨ ਹੋਣ ਜਾਂ 8 ਹੋਣ, ਉਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਜ਼ਿਆਦਾ ਸਟੇਬਲ ਹੁੰਦੀ ਹੈ। ਜੇ ਕਿਸੇ ਵੀ ਐਟਮ ਦੀ ਉਹ ਟੈਂਡੈਂਸੀ ਜਿਹਦੇ ਕਰਕੇ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਕੈਰੀ ਕਰ ਸਕਦਾ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਡੁਪਲੈਟ ਰੂਲ। ਔਰ ਜੇ ਕੋਈ ਐਟਮ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਕੈਰੀ ਕਰਦਾ ਤਾਂ ਉਹਦੇ ਇਸ ਟੈਂਡੈਂਸੀ ਨੂੰ ਅਸੀਂ ਕਹਿੰਦੇ ਹਾਂ ਆਕਟੈਟ ਰੂਲ, ਰਾਈਟ। ਹੁਣ ਨਿਓਨ ਦੇ ਆਊਟਰਮੋਸਟ ਸ਼ੈਲ ਹੈਗਾ ਦੂਸਰਾ ਸ਼ੈਲ, ਦਿਸ ਵਨ, ਰਾਈਟ। ਇਹਦੇ 'ਚ ਕਿੰਨੇ ਟੋਟਲ ਇਲੈਕਟ੍ਰੋਨ ਹੈ? 6 + 2 8, ਰਾਈਟ। ਤਾਂ ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ? 8, ਲੇਕਿਨ ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ? 1। ਤਾਂ ਸੋਡੀਅਮ ਵੀ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਕੈਰੀ ਕਰ ਸਕਦਾ ਜੇ ਇਹ ਆਪਣਾ 1 ਇਲੈਕਟ੍ਰੋਨ ਕਿਸੇ ਨੂੰ ਦੇ ਦੇਵੇ, ਰਾਈਟ। ਤਾਂ ਮੰਨ ਲਓ ਜੇ ਸੋਡੀਅਮ ਆਪਣਾ ਆਹ ਇਲੈਕਟ੍ਰੋਨ ਕਿਸੇ ਨੂੰ ਦੇ ਦਿੰਦਾ 3s1 ਵਾਲਾ, ਤਾਂ ਇਹਦੀ ਵੀ ਕਨਫੀਗਰੇਸ਼ਨ ਇਹਦੀ ਨੀਅਰੈਸਟ ਨੋਬਲ ਗੈਸ ਜਿਹੜੀ ਕਿ ਨਿਓਨ ਹੈ ਉਹਦੇ ਵਰਗੀ ਹੋ ਜੂਗੀ। ਲੇਕਿਨ ਇਲੈਕਟ੍ਰੋਨ ਦੇਣ ਵਾਸਤੇ ਕੋਈ ਬੰਦਾ ਤਾਂ ਚਾਹੀਦਾ ਹੈ ਨਾ, ਠੀਕ ਹੈ, ਕੋਈ ਪਰਸਨ, ਕੋਈ ਐਟਮ। ਤਾਂ ਕਿਹਨੂੰ ਇਹ ਆਪਣੇ ਇਲੈਕਟ੍ਰੋਨ ਦੇਵੇ? ਇਹ ਆਪਾਂ ਹੁਣ ਦੇਖ ਲੈਂਦੇ ਹਾਂ ਨਾਲ ਦੇ ਕਲੋਰੀਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ। ਕਲੋਰੀਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੈ ਸਾਡੇ ਕੋਲ? ਸੋ ਕਲੋਰੀਨ ਜਿਹੜੀ ਆ ਇਹਦਾ ਐਟੋਮਿਕ ਨੰਬਰ ਹੈਗਾ 17। ਇਲੈਕਟ੍ਰੋਨਿਕ ਕਨਫੀਗਰੇਸ਼ਨ ਇਹਦੀ ਬਣੂਗੀ 1s2 2s2 2p6 3s2 ਐਂਡ 3p5, ਰਾਈਟ। 6 4 10 2 12 ਤੇ 5 17, ਇੱਥੋਂ ਤੱਕ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ। ਹੁਣ ਕਲੋਰੀਨ ਦੀ ਨੀਅਰੈਸਟ ਨੋਬਲ ਗੈਸ ਕਿਹੜੀ ਹੈ ਜੀ? ਆਰਗਨ। ਆਰਗਨ ਐਟੋਮਿਕ ਨੰਬਰ 18, ਇਲੈਕਟ੍ਰੋਨਿਕ ਕਨਫੀਗਰੇਸ਼ਨ 1s2 2s2 2p6 3s2 ਐਂਡ 3p6। ਹੁਣ ਇਹਦੇ ਆਊਟਰਮੋਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੈ? 8। ਇਹਦੇ ਕਿੰਨੇ ਹੈ ਜੀ? 7। ਇਹਦਾ ਮਤਲਬ ਆਰਗਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਲੋਰੀਨ ਦੇ ਕੰਪੈਰੀਟਿਵਲੀ ਜ਼ਿਆਦਾ ਸਟੇਬਲ ਹੈ, ਰਾਈਟ। ਆਰਗਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕਲੋਰੀਨ ਦੇ ਕੰਪੈਰੀਟਿਵਲੀ ਜ਼ਿਆਦਾ ਸਟੇਬਲ ਕਿਉਂ ਹੈ? ਕਿਉਂਕਿ ਇਹਦੇ ਆਊਟਰਮੋਸਟ ਸ਼ੈਲ 'ਚ 8 ਇਲੈਕਟ੍ਰੋਨ ਹੈ, ਇਹ ਆਕਟੇਟ ਰੂਲ ਨੂੰ ਫੋਲੋ ਕਰ ਰਿਹਾ, ਲੇਕਿਨ ਇਹਦੇ ਆਊਟਰਮੋਸਟ ਸ਼ੈਲ 'ਚ ਕਿੰਨੇ ਹੈ? ਇਲੈਕਟ੍ਰੋਨ 7 ਹੈ, ਰਾਈਟ। ਤਾਂ ਕਲੋਰੀਨ ਚਾਹੁੰਦੀ ਹੈ ਕਿ ਉਹਦੀ ਕਨਫੀਗਰੇਸ਼ਨ ਆਰਗਨ ਵਰਗੀ ਹੋਵੇ, ਸੋਡੀਅਮ ਚਾਹੁੰਦਾ ਉਹਦੀ ਕਨਫੀਗਰੇਸ਼ਨ ਨਿਓਨ ਵਰਗੀ ਹੋਵੇ, ਠੀਕ ਹੈ। ਸੋਡੀਅਮ ਦੀ ਕਨਫੀਗਰੇਸ਼ਨ ਨਿਓਨ ਵਰਗੀ ਹੋ ਸਕਦੀ ਹੈ ਜੇ ਇਹ ਆਪਣੇ ਆਊਟਰਮੋਸਟ ਸ਼ੈਲ ਦਾ 1 ਇਲੈਕਟ੍ਰੋਨ ਕਿਸੇ ਨੂੰ ਦੇ ਦੇਵੇ, ਔਰ ਕਲੋਰੀਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਰਗਨ ਵਰਗੀ ਹੋ ਸਕਦੀ ਹੈ ਜੇ ਇਹ ਕਿਸੇ ਤੋਂ 1 ਇਲੈਕਟ੍ਰੋਨ ਲੈ ਲਵੇ। ਕਹਿਣ ਦਾ ਮਤਲਬ, ਹੁਣ ਮੈਂ ਇਹਨੂੰ ਰੱਬ ਕਰਨ ਲੱਗੀ ਹਾਂ, ਜਿਹੜਾ ਸੋਡੀਅਮ ਹੈ ਉਹਦੇ ਕੋਲ 1 ਇਲੈਕਟ੍ਰੋਨ ਫਾਲਤੂ ਹੈ ਤੇ ਜਿਹੜਾ ਕਲੋਰੀਨ ਹੈ ਉਹਦੇ ਕੋਲ 1 ਇਲੈਕਟ੍ਰੋਨ ਜ਼ਿਆਦਾ ਹੈ, ਰਾਈਟ। ਸੋਡੀਅਮ ਦੇਖੋ, ਜੇ ਆਪਾਂ ਸਿੰਪਲ ਵੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀਏ, ਇਹਦਾ ਐਟੋਮਿਕ ਨੰਬਰ 11, ਕਨਫੀਗਰੇਸ਼ਨ ਬਣੂਗੀ 281, ਠੀਕ ਹੈ। ਔਰ ਇਹਦੇ ਕੋਲ 1 ਇਲੈਕਟ੍ਰੋਨ ਫਾਲਤੂ ਹੈ, ਕਿਹਦੇ ਨਾਲੋਂ? ਨਿਓਨ ਦੇ ਨਾਲੋਂ। ਅੱਗੇ ਕਲੋਰੀਨ ਆ ਗਈ, ਇਹਦਾ ਐਟੋਮਿਕ ਨੰਬਰ ਹੁੰਦਾ 17, ਕਨਫੀਗਰੇਸ਼ਨ ਬਣੂਗੀ 287, ਰਾਈਟ। ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ 1 ਇਲੈਕਟ੍ਰੋਨ ਫਾਲਤੂ ਹੈ, ਇਹਦੇ ਕੋਲ ਘੱਟ ਹੈ, ਇਹ ਆਪਣਾ 1 ਇਲੈਕਟ੍ਰੋਨ ਕਲੋਰੀਨ ਨੂੰ ਦੇ ਦਿੰਦਾ, ਰਾਈਟ। ਜਦੋਂ ਸੋਡੀਅਮ ਨੇ ਆਪਣਾ 1 ਇਲੈਕਟ੍ਰੋਨ ਇਹਨੂੰ ਦੇਤਾ, ਸੋਡੀਅਮ ਦੀ ਕਨਫੀਗਰੇਸ਼ਨ ਕੀ ਰਹਿ ਗਈ? 2
8 लेकिन ये +1 चार्ज आ जाना। और क्लोरीन की इलैक्ट्रॉनिक कन्फिगरेशन की रहेगी जो इन्हें ये तो एक इलैक्ट्रॉन लै लिया, ये कन्फिगरेशन आ जाएगी 288 राइट। तो ये लेकिन चार्ज कितना आ जाना -1। हुण राजे इन्होंने एक दूजे नाल इलैक्ट्रॉन आदान प्रदान किए राइट, तो एक दूजे तो खैड़ा तो छड़ा नहीं सकते। ये इन्हें क्योंकि इलैक्ट्रॉन दिता ये पॉजिटिव चार्ज आ गया, इन्हें इलैक्ट्रॉन लै लिया ये कि चार्ज आ गया नैगेटिव, और पॉजिटिव नैगेटिव में अट्रैक्ट करता। तो इन्होंने दोनों के विच इलैक्ट्रॉन एक्सचेंज करन तो बाद ऑपोजिट चार्ज दे विच एक फोर्स ऑफ अट्रैक्शन पैदा होगी, एंड दिस फोर्स ऑफ अट्रैक्शन इज नोन एज द कैमिकल बॉन्डिंग राइट। ਤਾਂ ਨੀਅਰੈਸਟ ਨੋਬਲ ਗੈਸ ਦੀ ਕਨਫੀਗਰੇਸ਼ਨ ਪ੍ਰਾਪਤ ਕਰਨ ਦੇ ਚੱਕਰ ਦੇ ਵਿੱਚ ਐਟਮ ਇੱਕ ਦੂਜੇ ਦੇ ਨਾਲ ਜੁੜਦੇ ਆ। ਠੀਕ ਹੈ, ਇੱਕ ਤਾਂ ਇਹ ਹੋ ਗਿਆ ਆਦਾਨ ਪ੍ਰਦਾਨ ਦੇ ਥਰੂ ਆਪਣੇ ਇਲੈਕਟ੍ਰੋਨ ਪੂਰੇ ਕਰ ਲਏ, ਨੀਅਰੈਸਟ ਨੋਬਲ ਗੈਸ ਦੀ ਕਨਫੀਗਰੇਸ਼ਨ ਆ ਗਈ। ਦੂਸਰਾ ਆਪਾਂ ਕੇਸ ਲੈ ਲੈਂਦੇ ਹਾਂ ਹਾਈਡਰੋਜਨ ਦਾ। ਹਾਈਡਰੋਜਨ H2 ਮੋਲੀਕਿਊਲ ਬਣਾਉਣਾ ਆਪਾਂ। ਠੀਕ ਹੈ, H2 ਦੇ ਵਿੱਚ ਕਿੰਨੇ ਐਟਮ ਇੱਕ ਦੂਜੇ ਨਾਲ ਜੁੜੇ ਹੁੰਦੇ ਆ? 2। ਇੱਕ ਆ ਹਾਈਡਰੋਜਨ ਐਟਮ, ਇੱਕ ਆ ਹਾਈਡਰੋਜਨ ਐਟਮ ਰਾਈਟ। ਹੁਣ ਰਾਜੇ ਇਹਦੇ ਕੇਸ ਦੇ ਵਿੱਚ ਹਾਈਡਰੋਜਨ ਦਾ ਐਟੋਮਿਕ ਨੰਬਰ ਹੁੰਦਾ 1, ਤਾਂ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਬਣੂਗੀ? 1s1। ਦੂਸਰੇ ਹਾਈਡਰੋਜਨ ਦਾ ਐਟੋਮਿਕ ਨੰਬਰ ਵੀ 1, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੀ ਕੀ ਬਣੂਗੀ? 1s1। ਤਾਂ ਦੋਨਾਂ ਕੋਲ ਇੱਕ ਇੱਕ ਇਲੈਕਟ੍ਰੋਨ ਘੱਟ ਹੈ ਨੋਬਲ ਗੈਸ ਕਨਫੀਗਰੇਸ਼ਨ ਦੇ ਨਾਲੋਂ। ਇਹ ਦੋਨੇ ਕੀ ਕਰਦੇ ਆ ਇਲੈਕਟ੍ਰੋਨ ਆਪਣੇ ਸਾਂਝੇ ਕਰ ਲੈਂਦੇ ਆ, ਸੈਂਟਰ 'ਚ ਰੱਖ ਲੈਂਦੇ ਆ, ਮਿਊਚੁਅਲ ਸ਼ੇਅਰਿੰਗ ਕਰ ਲੈਂਦੇ ਆ। ਠੀਕ ਹੈ, ਹੁਣ ਇਹਦੇ ਵੀ ਦੋ ਇਲੈਕਟ੍ਰੋਨ ਹੋ ਗਏ ਪੂਰੇ, ਔਰ ਇਹਦੇ ਵੀ 2 ਇਲੈਕਟ੍ਰੋਨ ਪੂਰੇ ਹੋ ਗਏ। ਤਾਂ ਇੱਥੇ ਇਹਨਾਂ ਨੇ ਆਪਣੇ ਇਲੈਕਟ੍ਰੋਨ ਦੀ ਕਮੀ ਨੂੰ ਪੂਰਾ ਕੀਤਾ, ਨੀਅਰੈਸਟ ਨੋਬਲ ਗੈਸ ਦੀ ਕਨਫੀਗਰੇਸ਼ਨ ਅਟੇਨ ਕੀਤੀ ਆ ਇੱਕ ਦੂਜੇ ਦੇ ਨਾਲ ਇਲੈਕਟ੍ਰੋਨ ਸਾਂਝੇ ਕਰਕੇ। ਜਦੋਂ ਇਲੈਕਟ੍ਰੋਨ ਸਾਂਝੇ ਕਰਤੇ ਤਾਂ ਇਹਨਾਂ ਦੇ ਵਿੱਚ ਰਿਸ਼ਤੇਦਾਰੀ ਤਾਂ ਬਣ ਗਈ। ਰਿਸ਼ਤੇਦਾਰੀ ਮਤਲਬ ਇਲੈਕਟ੍ਰੋਨ ਸਾਂਝੇ ਹੋ ਗਏ, ਤਾਂ ਇਹਨਾਂ ਦੇ ਵਿੱਚ ਇੱਕ ਬੌਂਡ ਬਣ ਗਈ, ਐਂਡ ਦੈਟ ਬੌਂਡ ਇਜ਼ ਨੋਨ ਐਜ਼ ਦਾ chemical bonding। is this clear right? ਸੋ ਇਹਨਾਂ ਦੇ ਵਿੱਚ ਜਿਹੜੀ ਬੌਂਡ ਬਣੀ ਹੈ, ਇਸ ਬੌਂਡ ਨੂੰ ਅਸੀਂ ਕੀ ਕਹਿੰਦੇ ਆ? ਕੈਮੀਕਲ ਬੌਂਡਿੰਗ। ਕਿਉਂ ਕੈਮੀਕਲ ਬੌਂਡ ਬਣਾਈ ਆ? ਇਹਨਾਂ ਨੇ ਵੀ ਪੰਗਾ ਇਸ ਕਰਕੇ ਲਿੱਤਾ ਕਿਉਂਕਿ ਇਹ ਵੀ ਨੀਅਰੈਸਟ ਨੋਬਲ ਗੈਸ ਦੀ ਕਨਫੀਗਰੇਸ਼ਨ ਚਾਹੁੰਦੇ ਸੀ। ਇਹਨਾਂ ਨੇ ਵੀ ਇੱਕ ਦੂਜੇ ਨਾਲ ਕੈਮੀਕਲ ਬੌਂਡਿੰਗ ਬਣਾਈ ਆ ਕਿਉਂਕਿ ਇਹ ਵੀ ਨੀਅਰੈਸਟ ਨੋਬਲ ਗੈਸ ਕਨਫੀਗਰੇਸ਼ਨ ਚਾਹੁੰਦੇ ਸੀ। ਪਰ ਦੋਨਾਂ ਦਾ ਬੌਂਡ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੈ। ਇਹਦੇ ਵਿੱਚ ਜਿਹੜੀ ਬੌਂਡ ਬਣੀ ਆ ਥਰੂ ਦਾ ਐਕਸਚੇਂਜ ਆਫ ਇਲੈਕਟ੍ਰੋਨ ਬਣੀ ਆ, ਔਰ ਇਹਦੇ ਵਿੱਚ ਜਿਹੜੀ ਬੌਂਡ ਬਣੀ ਆ ਬਾਈ ਦਾ ਸ਼ੇਅਰਿੰਗ ਆਫ ਇਲੈਕਟ੍ਰੋਨ ਬਣੀ ਆ। ਔਰ ਜਿਹੜੀ ਬੌਂਡ ਐਕਸਚੇਂਜ ਦੇ ਥਰੂ ਬਣੇ ਉਹਨੂੰ ਆਇਨਿਕ ਬੌਂਡ ਕਹਿੰਦੇ ਆ, ਔਰ ਜਿਹੜੀ ਬੌਂਡ ਸ਼ੇਅਰਿੰਗ ਦੇ ਥਰੂ ਬਣੇ ਉਹਨੂੰ ਕੋਵਲੈਂਟ ਬੌਂਡ ਕਹਿੰਦੇ ਆ ਰਾਈਟ। 2 ਤਰੀਕਿਆਂ ਦੇ ਨਾਲ, ਮਤਲਬ ਜਾਂ ਤਾਂ ਆਇਨਿਕ ਬੌਂਡ ਬਣਾ ਕੇ ਜਾਂ ਕੋਵਲੈਂਟ ਬੌਂਡ ਬਣਾ ਕੇ ਇਹ ਐਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ ਨੀਅਰੈਸਟ ਨੋਬਲ ਗੈਸ ਵਾਲੀ ਹੋ ਜਾਵੇ ਰਾਈਟ। ਸੋ ਇਹ ਮੈਂ ਇੱਕ ਪੁਆਇੰਟ ਡਿਸਕਸ ਕੀਤਾ ਹੈ ਕਿ ਵਾਈ ਡੂ ਐਟਮ ਕੰਬਾਈਨਸ ਵਿਦ ਈਚ ਅਦਰ। ਸੋ ਆਪਾਂ ਜਿਹੜਾ ਟੌਪਿਕ ਡਿਸਕਸ ਕਰ ਰਹੇ ਹਾਂ ਉਸ ਟੌਪਿਕ ਦਾ ਨਾਮ ਕੀ ਹੈ? ਦੈਟ ਇਜ਼ ਵਾਈ ਡੂ ਐਟਮਸ ਕੰਬਾਈਨ ਵਿਦ ਈਚ ਅਦਰ। Why do atoms combine with each other? ਸੋ ਇਹਦੇ ਆਨਸਰ ਦੇ ਵਿੱਚ ਇੱਕ ਪੁਆਇੰਟ ਮੈਂ ਡਿਸਕਸ ਕੀਤਾ ਹੈ ਜਿਹਦਾ ਆਨਸਰ ਆਪਾਂ ਕੀ ਦਿੱਤਾ ਹੈ? ਪਹਿਲਾ ਰੀਜ਼ਨ ਕੀ ਦਿੱਤਾ ਹੈ? ਟੂ ਅਟੇਨ the nearest noble gas configuration। is this clear? ताकि उन्होंने जी कन्फिगरेशन है nearest noble gas वाली हो जाए राइट। तो अगला आ गया सैकेंड पॉइंट की है। सैकेंड पॉइंट एदा सेकेंड पॉइंट की है टू अटेन द स्टेट ऑफ मिनिमम एनर्जी एंड मैक्सिमम स्टेबिलिटी। To attain the state of minimum energy and maximum stability।
ਮਤਲਬ ਉਹਦੀ ਸਟੇਟ ਕਿੱਦਾਂ ਦੀ ਹੋਣੀ ਚਾਹੀਦੀ ਆ। ਦੂਸਰਾ, ਕਿਉਂ ਇੱਕ ਦੂਜੇ ਨਾਲ ਕੰਬਾਈਨ ਕਰਦੇ ਆ, ਤਾਂ ਕਿ ਉਹਨਾਂ ਦੀ એનર્ਜੀ ਮਿਨੀਮਮ ਹੋ ਜਾਵੇ, ਮੈਕਸਿਮਮ ਸਟੇਬਿਲਿਟੀ ਹੋ ਜਾਵੇ। ਇਹ ਇੱਕ ਯੂਨੀਵਰਸਲ ਰੂਲ ਹੈ ਸਟੂਡੈਂਟਸ, ਜਦੋਂ ਕਿਸੇ ਵੀ ਚੀਜ਼ ਦੀ એનર્ਜੀ ਮੈਕਸਿਮਮ ਹੁੰਦੀ ਆ ਤਾਂ ਉਹਦੀ ਸਟੇਬਿਲਿਟੀ ਮਿਨੀਮਮ ਹੁੰਦੀ ਆ। ਰੀਜ਼ਨ ਹੁਣ ਇਸ ਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਦੱਸਦੀ ਹਾਂ। ਮੰਨ ਲਓ ਜੇ ਤੁਸੀਂ ਕਿਸੇ ਟੈਰਿਸ ਦੇ ਉੱਤੇ ਖੜੇ ਹੋ, ਰਾਈਟ, ਛੱਤ ਦੇ ਉੱਤੇ ਖੜੇ ਹੋ। ਛੱਤ ਦੇ ਉੱਤੇ ਖੜੇ ਹੋ ਕੇ ਜੇ ਤੁਸੀਂ ਨੀਚੇ ਦੇਖ ਰਹੇ ਹੋ ਤਾਂ ਤੁਹਾਨੂੰ ਡਰ ਲੱਗਦਾ ਹੈ। ਡਰ ਲੱਗਦਾ ਮਤਲਬ ਤੁਹਾਨੂੰ ਆਪਣੀ ਸਟੇਬਿਲਿਟੀ ਤੇ ਭਰੋਸਾ ਨਹੀਂ ਹੈਗਾ, ਬਿਕੋਜ਼ ਤੁਸੀਂ ਗਰਾਊਂਡ ਲੈਵਲ ਤੋਂ ਕਾਫੀ ਹਾਈਟ ਤੇ ਉੱਤੇ ਖੜੇ ਹੋ, ਜਿਹਦੇ ਕਰਕੇ ਤੁਹਾਡੇ ਅੰਦਰ ਮੈਕਸਿਮਮ ਪੋਟੈਂਸ਼ੀਅਲ એનર્ਜੀ ਜਿਹੜੀ ਆ ਸਟੋਰ ਹੈਗੀ ਆ, ਰਾਈਟ। ਐਂਡ ਦੈਟ ਇਸ ਟਾਈਮ ਤੁਹਾਡੀ એનર્ਜੀ ਕੀ ਆ, ਮੈਕਸਿਮਮ એનર્ਜੀ ਆ। ਲੇਕਿਨ ਉਹਦੇ ਕੰਪੈਰੀਟਿਵਲੀ ਜੇ ਤੁਸੀਂ ਇਹ ਪੌੜੀਆਂ ਉਤਰ ਕੇ ਇੱਥੇ ਗਰਾਊਂਡ ਲੈਵਲ ਤੇ ਆ ਜਾਂਦੇ ਹੋ, ਇਸ ਲੈਵਲ ਦੇ ਉੱਤੇ ਆ ਕੇ ਖੜੇ ਹੋ, ਰਾਈਟ, ਠੀਕ, ਇੱਥੇ ਤੁਹਾਨੂੰ ਬਿਲਕੁਲ ਡਰ ਨਹੀਂ ਲੱਗਦਾ, ਬਿਕੋਜ਼ ਇੱਥੇ ਤੁਹਾਡੀ ਪੋਟੈਂਸ਼ੀਅਲ એનર્ਜੀ ਕਾਫੀ ਜ਼ਿਆਦਾ ਘੱਟ ਹੈ। ਇੱਥੇ ਪੋਟੈਂਸ਼ੀਅਲ એનર્ਜੀ ਕਾਫੀ ਜ਼ਿਆਦਾ ਹੈ, ਇੱਥੇ ਪੋਟੈਂਸ਼ੀਅਲ એનર્ਜੀ ਕਾਫੀ ਜ਼ਿਆਦਾ ਘੱਟ ਹੈ, ਰਾਈਟ। ਪੋਟੈਂਸ਼ੀਅਲ એનર્ਜੀ ਕਾਫੀ ਜ਼ਿਆਦਾ ਘੱਟ ਹੋਣ ਕਰਕੇ ਤੁਹਾਡੇ ਅੰਦਰ ਡਰ ਦੀ ਭਾਵਨਾ ਘੱਟ ਹੈ, ਮਤਲਬ ਤੁਸੀਂ ਇੱਥੇ ਕਾਫੀ ਸਟੇਬਲ ਮਹਿਸੂਸ ਕਰ ਰਹੇ ਹੋ। ਸੋ ਇੱਥੇ ਤੁਹਾਡੀ એનર્ਜੀ ਘੱਟ ਹੈ, ਸਟੇਬਿਲਿਟੀ ਮੈਕਸਿਮਮ ਹੈ, ਔਰ ਇੱਥੇ ਤੁਹਾਡੀ એનર્ਜੀ ਜ਼ਿਆਦਾ ਹੈ ਔਰ ਸਟੇਬਿਲਿਟੀ ਓਨੀ ਘੱਟ ਹੈ। ਸੋ ਇਸ ਯੂਨੀਵਰਸ ਦੇ ਵਿੱਚ ਇਹ ਇੱਕ ਯੂਨੀਵਰਸਲ ਰੂਲ ਹੈ ਕਿ ਕਿਸੇ ਵੀ ਚੀਜ਼ ਦੀ ਜਿੰਨੀ એનર્ਜੀ ਜ਼ਿਆਦਾ ਹੋਗੀ ਓਨੀ ਉਹਦੇ 'ਚ ਸਥਿਰਤਾ ਘੱਟ ਹੋਊਗੀ, ਰਾਈਟ। ਤਾਂ ਜਿਹੜੇ ਐਟਮ ਹੈ ਇਹ ਵੀ ਇੱਕ ਦੂਜੇ ਦੇ ਨਾਲ ਇਸ ਕਰਕੇ ਵੀ ਕੰਬਾਈਨ ਕਰਦੇ ਆ ਤਾਂ ਕਿ ਉਹਨਾਂ ਦੀ ਊਰਜਾ ਘੱਟ ਤੋਂ ਘੱਟ ਹੋ ਸਕੇ ਤੇ ਉਹਨਾਂ ਦੇ ਵਿੱਚ ਸਥਿਰਤਾ ਵੱਧ ਤੋਂ ਵੱਧ ਹੋ ਸਕੇ। ਇਸ ਨੂੰ ਅਸੀਂ ਇੱਕ ਪੋਟੈਂਸ਼ੀਅਲ એનર્ਜੀ ਗ੍ਰਾਫ ਦੇ ਥਰੂ ਸਮਝਾਉਂਦੇ ਆ, ਰਾਈਟ। ਸੋ ਇਧਰਲੀ ਸਾਈਡ ਵੱਲ ਨੂੰ ਦਿਸ ਇਜ਼ ਆਵਰ એનર્ਜੀ ਐਕਸਿਸ, ਇਧਰਲੀ ਸਾਈਡ ਤੇ ਸਾਡੇ ਕੋਲ ਕੀ ਹੈ, ਦਿਸ ਇਜ਼ ਆਵਰ ਇੰਟਰਨਿਊਕਲੀਅਰ ਡਿਸਟੈਂਸ, ਇੰਟਰਨਿਊਕਲੀਅਰ ਡਿਸਟੈਂਸ, ਰਾਈਟ ਸਟੂਡੈਂਟਸ। ਸੋ ਇਸ ਜਗ੍ਹਾ ਤੇ ਐਟਮ ਦੀ એનર્ਜੀ ਜਿਹੜੀ ਆ 0 ਹੈ, ਰਾਈਟ। ਸੋ ਐਟਮ ਆਪਸ ਤੋਂ ਇੱਕ ਦੂਜੇ ਤੋਂ, ਸਪੋਜ਼ ਆ ਇੱਕ ਐਟਮ ਹੈ, ਦੂਸਰਾ ਐਟਮ ਇੱਕ ਦੂਜੇ ਤੋਂ ਮੈਕਸਿਮਮ ਦੂਰ ਪਏ ਹੋਏ ਆ। ਸੌਰੀ, ਇੱਥੇ ਆਪਾਂ ਪੋਟੈਂਸ਼ੀਅਲ એનર્ਜੀ ਮੈਕਸਿਮਮ ਲੈਂਦੇ ਆ, ਇੱਥੇ ਇਹਨਾਂ ਦੀ ਪੋਟੈਂਸ਼ੀਅਲ એનર્ਜੀ ਸਾਡੇ ਕੋਲ ਮੈਕਸਿਮਮ ਹੈ। ਐਟਮ ਇੱਕ ਦੂਜੇ ਤੋਂ ਦੂਰ ਪਏ ਹੋਏ ਆ, ਰਾਈਟ। ਔਰ ਜਿਵੇਂ ਜਿਵੇਂ ਇੱਕ ਦੂਜੇ ਨੂੰ ਅਪਰੋਚ ਕਰ ਰਹੇ ਆ, ਰਾਈਟ, ਜਿਵੇਂ ਜਿਵੇਂ ਇੱਕ ਦੂਜੇ ਨੂੰ, ਇੱਥੇ ਇਹਨਾਂ ਦੀ એનર્ਜੀ ਸਪੋਜ਼ ਆ ਵਾਲੀ ਹੈ, ਔਰ ਜਿਵੇਂ ਜਿਵੇਂ ਇਹ ਐਟਮ ਇੱਕ ਦੂਜੇ ਨੂੰ ਅਪਰੋਚ ਕਰ ਰਹੇ ਆ, ਅਪਰੋਚ ਕਰਨ ਕਰਕੇ ਇਹਨਾਂ ਦੇ ਵਿੱਚ ਫੋਰਸਿਸ ਆਫ ਅਟਰੈਕਸ਼ਨ ਵੱਧਦੀਆਂ। ਫੋਰਸਿਸ ਆਫ ਅਟਰੈਕਸ਼ਨ ਵਧਣ ਕਰਕੇ ਹਮੇਸ਼ਾ એનર્ਜੀ ਰਿਲੀਜ਼ ਹੁੰਦੀ ਹੈ। ਮੰਨ ਲਓ ਹੁਣ ਐਟਮ ਦੀ એનર્ਜੀ ਕਿੰਨੀ ਹੋਗੀ, ਦਿਸ ਵਨ, ਪਹਿਲਾਂ ਆ ਵਾਲੀ ਸੀ, ਰਾਈਟ। ਸੋ ਇੱਥੇ ਵੀ ਆਪਾਂ ਇਹਨਾਂ ਨੂੰ ਮੈਕਸਿਮਮ ਡਿਸਟੈਂਸ ਤੇ ਰੱਖ ਦਈਏ, ਇੱਥੇ ਇਹਨਾਂ ਦੀ એનર્ਜੀ ਸਪੋਜ਼ ਦਿਸ ਵਨ ਹੈ। ਔਰ ਜਿਵੇਂ ਜਿਵੇਂ ਐਟਮ ਇਹ ਇੱਕ ਦੂਜੇ ਨੂੰ ਅਪਰੋਚ ਕਰੀ ਜਾਣਗੇ, ਇੱਕ ਦੂਜੇ ਦੇ ਕੋਲ ਆਈ ਜਾਣਗੇ, ਇਹਨਾਂ ਦਾ ਇੰਟਰਨਿਊਕਲੀਅਰ, ਆਪਾਂ ਇੱਧਰ ਨੂੰ ਮੂਵ ਕਰ ਰਹੇ ਹਾਂ, ਇੰਟਰਨਿਊਕਲੀਅਰ ਡਿਸਟੈਂਸ ਘਟ ਰਿਹਾ ਹੈ, ਰਾਈਟ। ਇੰਟਰਨਿਊਕਲੀਅਰ ਡਿਸਟੈਂਸ ਜਿਹੜਾ ਉਹ ਘਟਦਾ ਜਾਊਗਾ, ਐਟਮ ਇੱਕ ਦੂਜੇ ਦੇ ਲਾਗੇ ਲਾਗੇ ਆ ਰਹੇ ਆ, ਫੋਰਸਿਸ ਆਫ ਅਟਰੈਕਸ਼ਨ ਵੱਧ ਰਹੀਆਂ ਤਾਂ ਉਹਨਾਂ ਦੀ ਪੋਟੈਂਸ਼ੀਅਲ એનર્ਜੀ ਉਨੀ ਘਟਦੀ ਜਾਊਗੀ, ਰਾਈਟ। ਹੋਰ ਇੱਕ ਦੂਜੇ ਦੇ ਕੋਲ ਆ ਗਏ ਇਹ ਐਟਮ, ਹੋਰ ਇੱਕ ਦੂਜੇ ਦੇ ਕੋਲ ਆ ਗਏ, ਪੋਟੈਂਸ਼ੀਅਲ એનર્ਜੀ ਹੋਰ ਘਟ ਗਈ। ਅਲਟੀਮੇਟਲੀ ਸਾਡੇ ਕੋਲ ਇੱਕ ਐਸੀ ਸਟੇਜ ਆਉਂਦੀ ਆ ਜਿੱਥੇ ਆ ਕੇ ਇਹ ਐਟਮ ਇੱਕ ਦੂਜੇ ਦੇ ਨਾਲ ਮਰਜ ਹੋ ਜਾਂਦੇ ਆ ਔਰ ਇਹਨਾਂ ਦੇ ਵਿੱਚ ਕੈਮੀਕਲ ਬੌਂਡਿੰਗ ਬਣ ਜਾਂਦੀ ਹੈ। ਦਿਸ ਇਜ਼ ਇਟਸ ਨਿਊਕਲੀਅਸ, ਔਰ ਇਹਨਾਂ ਦੇ ਵਿੱਚ ਆ ਕੈਮੀਕਲ ਬੌਂਡਿੰਗ ਬਣ ਗਈ, ਰਾਈਟ। ਔਰ ਜਿਹੜੇ ਡਿਸਟੈਂਸ ਤੇ ਆ ਕੇ ਇਹਨਾਂ ਦੇ ਵਿੱਚ ਕੈਮੀਕਲ ਬੌਂਡਿੰਗ ਬਣ ਗਈ, ਜਿੱਥੇ ਫੋਰਸਿਸ ਆਫ ਅਟਰੈਕਸ਼ਨ ਮੈਕਸਿਮਮ ਹੈ ਔਰ એનર્ਜੀ ਕੀ ਹੈ ਸਾਡੇ ਕੋਲ, ਮਿਨੀਮਮ ਹੈ, ਰਾਈਟ। ਜਦੋਂ ਇਹ ਇੱਕ ਦੂਜੇ ਤੋਂ ਪਰਾਂ ਸੀ, ਇੱਕ ਦੂਜੇ ਤੋਂ ਅਪਾਰਟ ਸੀ, ਇਹਨਾਂ ਦੀ એનર્ਜੀ ਕੀ ਸੀ, ਮੈਕਸਿਮਮ ਸੀ। ਜਿਵੇਂ ਐਟਮ ਇੱਕ ਦੂਜੇ ਨੂੰ ਅਪਰੋਚ ਕਰਦੇ ਜਾ ਰਹੇ, ਇਹਨਾਂ ਦੀ એનર્ਜੀ ਘਟਦੀ ਜਾਂਦੀ ਆ। ਅਲਟੀਮੇਟਲੀ ਇੱਕ ਐਸੀ ਸਟੇਜ ਆਉਂਦੀ ਹੈ ਜਿਹਦੇ ਤੇ ਇਹਨਾਂ ਦੀ એનર્ਜੀ ਮਿਨੀਮਮ ਹੋ ਜਾਂਦੀ ਆ, ਐਂਡ ਦੈਟ ਸਟੇਜ ਇਜ਼ ਨੋਨ ਐਜ਼ state of minimum energy and maximum stability। ਔਰ ਇਸ ਜਗ੍ਹਾ ਤੇ ਆ ਕੇ ਐਟਮਸ ਦੇ ਵਿੱਚ ਕੀ ਕ੍ਰੀਏਟ ਹੁੰਦੀ ਆ, ਕੈਮੀਕਲ ਬੌਂਡ। ਔਰ ਜੇ ਇਸ ਤੋਂ ਜ਼ਿਆਦਾ ਇਹਨਾਂ ਦੀ એનર્ਜੀ ਜਿਹੜੀ ਆ ਉਹ ਵੱਧਦੀ ਜਾਊਗੀ, ਜੇ ਇਦੋਂ ਜ਼ਿਆਦਾ ਅਸੀਂ ਇਹਨਾਂ ਨੂੰ ਕੋਲ ਲਿਆਈਏ,
ठीक है, एटम होर एक दूजे के ज़्यादा कोल आ गई। फिर अज इत्थे रिपल्शन होणगियां, इलैक्ट्रॉन इलैक्ट्रॉन नूं रिपैल करनगे, न्यूक्लियस न्यूक्लियस नूं रिपैल करूगा, जिहदे करके इस इन्हां दोनां एटम की पोटैंशियल एनर्जी फेर तो वधनी शुरू हो जाती है, राइट। जिन्ना इन्हां दा इंटरन्यूक्लियर डिस्टेंस घटी जाऊगा, पोटैंशियल एनर्जी उन्नी वध जूगी। तो साडे कोल आईओ कल्ली ऐसी स्टेज है जिहदे च एटम की पोटैंशियल एनर्जी सारिਆਂ नालों घट है, एंड दैट स्टेज इज नोन एज द state of minimum energy and maximum stability. That is the state of minimum energy and maximum stability। और इस कंडीशन ते आके स्टेज कदों आती है, जो एटम्स के विच कैमिकल बॉन्डिंग बनती है, राइट। तो जो एटम इस करके भी कैमिकल बॉन्ड बनाना प्रैफर करते हैं ताकि उन्होंने एनर्जी घट जाए तो उन्होंने स्थिरता वध जाए, राइट। सो ये सन दो रीजन जिन्हों करके एटम एक दूजे नाल कंबाइन होंदे आ। पहला रीजन की है, टू अटेन द नियरेस्ट नोबल गैस कन्फिगरेशन। दूसरा रीजन की है, टू अटेन द स्टेट ऑफ मिनिमम एनर्जी एंड मैक्सिमम स्टेबिलिटी, right? So this is the answer of question, why do atom combine with each other, or what is the cause of chemical bonding, right? ਹੁਣ ਇਸ ਤੋਂ ਬਾਅਦ ਆਪਾਂ ਕੈਮੀਕਲ ਬੌਂਡਿੰਗ ਦੇ ਵਿੱਚ ਇੱਕ ਦੂਸਰਾ ਟੌਪਿਕ ਡਿਸਕਸ ਕਰਨਾ ਹੈ, that is octet rule। what is this octet rule? octet rule, what is this octet rule? ਕਿਸੇ ਵੀ ਐਟਮ ਦੀ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਕੈਰੀ ਕਰਨ ਦੀ ਟੈਂਡੈਂਸੀ ਨੂੰ ਅਸੀਂ ਕਹਿੰਦੇ ਆ octet rule। so what is octet rule? this is the tendency of an element to carry 8 electrons in its outermost shell। सो किसी भी एटम के आउटरमोस्ट शैल दे विच 8 इलैक्ट्रॉन कैरी करने की टेंडेंसी नूं असीं कहने ऑक्टेट रूल, राइट। फॉर एग्जाम्पल असी एग्जाम्पल ले लीए आर्गन की। आर्गन एटॉमिक नंबर 18, कन्फिगरेशन बनूगी 1s2 2s2 2p6 3s2 एंड 3p6। ਇਹਦਾ ਆਊਟਰਮੋਸਟ ਸ਼ੈਲ ਕਿਹੜਾ ਹੈ? ਆਊਟਰਮੋਸਟ ਸ਼ੈਲ ਹੁੰਦਾ ਜਿਹਦੀ n ਦੀ ਵੈਲਿਊ, ਪ੍ਰਿੰਸੀਪਲ ਕੁਆਂਟਮ ਨੰਬਰ ਦੀ ਵੈਲਿਊ ਹਾਈਐਸਟ ਹੋਵੇ। ਤਾਂ ਇਹਦੀ n ਦੀ ਵੈਲਿਊ 3 ਹਾਈਐਸਟ ਹੈ, ਤਾਂ ਇਹਦਾ ਆਊਟਰਮੋਸਟ ਸ਼ੈਲ ਹੋਇਆ। ਇਹਦੇ ਆਊਟਰਮੋਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੈ? 6 p ਦੇ ਹੈ, 2 s ਦੇ ਹੈ, 6 + 2 ਦੈਟ ਇਜ਼ 8 ਇਲੈਕਟ੍ਰੋਨ। ਸੋ ਇਟ ਫੋਲੋ ਦ ਆਕਟੇਟ ਰੂਲ, ਰਾਈਟ। ਤਾਂ ਆਰਗਨ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ? 8। ਤਾਂ ਹਰ ਇੱਕ ਐਟਮ ਦੀ ਉਹ ਟੈਂਡੈਂਸੀ ਜਿਹਦੇ ਕਰਕੇ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚ 8 इलैक्ट्रॉन कैरी करने की कोशिश करता है, असी उहदी इस टेंडेंसी नूं असी की कहने ऑक्टेट रूल, राइट। की कहने ऑक्टेट रूल। इहदे पैरलल जिवें सोडियम एटॉमिक नंबर 11, कन्फिगरेशन 1s2 2s2 2p6 एंड 3s1। तो सोडियम के आउटरमोस्ट शैल दे विच भी 8 इलैक्ट्रॉन हो सकते जे अपने इस शैल का 1 इलैक्ट्रॉन गवा दे, राइट। ਹੁਣ ਸੋਡੀਅਮ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ? 8। ਪਰ ਕਦੋਂ ਆਇਆ? ਜਦੋਂ ਇਹਨੇ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚੋਂ 1 ਇਲੈਕਟ੍ਰੋਨ ਕਿਸੇ ਨੂੰ ਦੇ ਦਿੱਤਾ ਹੈ। ਫਿਰ ਇਹ ਸੋਡੀਅਮ ਐਟਮ ਨਹੀਂ ਰਹੂਗਾ, ਸੋਡੀਅਮ ਆਇਨ ਬਣ ਜਾਊਗਾ, ਠੀਕ ਹੈ। ਸੋਡੀਅਮ ਐਟਮ ਦੀ ਕਨਫਿਗਰੇਸ਼ਨ ਸੀ 3s1, ਲੇਕਿਨ ਜਦੋਂ ਇਹਨੇ 1 ਇਲੈਕਟ੍ਰੋਨ ਦੇਤਾ ਕਿਸੇ ਨੂੰ ਤਾਂ ਸੋਡੀਅਮ ਆਇਨ ਦੀ ਕਨਫਿਗਰੇਸ਼ਨ ਕੀ ਰਹਿ ਜਾਣੀ ਹੈ? 1s2 2s2 2p6। ਹੁਣ ਇਹਦੇ ਆਊਟਰਮੋਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਹੈ? 8 ਹੈ। ਹੁਣ ਅਸੀਂ ਕਵਾਂਗੇ ਇੱਥੇ ਸੋਡੀਅਮ ਕਿਹੜਾ ਰੂਲ ਫੋਲੋ ਕਰ ਰਿਹਾ? ਇਟ ਫੋਲੋਸ ਦਾ ਆਕਟੇਟ ਰੂਲ। ਕਿਹੜਾ ਰੂਲ ਫੋਲੋ ਕਰ ਰਿਹਾ? ਆਕਟੇਟ ਰੂਲ। ਮੇ ਆਈ ਰਬ ਦਿਸ? ਥੈਂਕ ਯੂ ਵੈਰੀ ਮਚ। ਆਕਟੇਟ ਰੂਲ। ਇਸ ਤੋਂ ਬਾਅਦ ਜਿਹੜੀ ਚੀਜ਼ ਮੈਂ ਡਿਸਕਸ ਕਰਨੀ ਹੈ ਦੈਟ ਇਜ਼ ਦ ਡੁਪਲੈਟ ਰੂਲ। ਡੁਪਲੈਟ ਰੂਲ। ਸੋ ਵਟ ਇਜ਼ ਦਿਸ ਡੁਪਲੈਟ ਰੂਲ?
the tendency of an atom to carry two electrons tendency of an atom to carry two electrons in its outermost shell is known as ਡੁਪਲੈਟ ਰੂਲ। ਕਿਸੇ ਵੀ ਐਟਮ ਦੀ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚ ਦੋ ਇਲੈਕਟ੍ਰੋਨ ਕੈਰੀ ਕਰਨ ਦੀ ਟੈਂਡੈਂਸੀ ਨੂੰ ਅਸੀਂ ਕਹਿੰਦੇ ਹਾਂ ਡੁਪਲੈਟ ਰੂਲ। ਸੋ ਡੁਪਲੈਟ ਰੂਲ ਕੀ ਹੈ ਰਾਜੇ? ਸਾਡੇ ਕੋਲ ਜਿਸ ਤਰ੍ਹਾਂ ਹੀਲੀਅਮ ਹੈ, ਐਟੋਮਿਕ ਨੰਬਰ 2, ਕਨਫੀਗਰੇਸ਼ਨ 1s2, ਤੇ ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ ਦੋ ਇਲੈਕਟ੍ਰੋਨ ਹੈ, ਰਾਈਟ? ਤਾਂ ਇਹਦਾ ਮਤਲਬ ਇਹ ਕਿਹੜਾ ਰੂਲ ਫੋਲੋ ਕਰ ਰਿਹਾ? ਡੁਪਲੈਟ ਰੂਲ। ਲੇਕਿਨ ਹਾਈਡਰੋਜਨ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ? ਸਿਰਫ 1। ਲੇਕਿਨ ਜੇ ਇਹਨੂੰ ਇੱਕ ਇਲੈਕਟ੍ਰੋਨ ਹੋਰ ਕਿਸੇ ਤੋਂ ਮਿਲ ਜਵੇ ਤਦ ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ ਵੀ ਕਿੰਨੇ ਇਲੈਕਟ੍ਰੋਨ ਹੋ ਜਾਣਗੇ? 2, ਰਾਈਟ? ਤਾਂ ਹਾਈਡਰੋਜਨ ਦੀ ਉਹ ਟੈਂਡੈਂਸੀ ਜਿਹਦੇ ਕਰਕੇ ਇਹ ਵੀ ਚਾਹੁੰਦਾ ਕਿ ਇਹਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋ ਜਾਣ? 2 ਇਲੈਕਟ੍ਰੋਨ ਹੋ ਜਾਣ। ਤਾਂ ਇਹਦੀ ਉਸ ਟੈਂਡੈਂਸੀ ਨੂੰ ਅਸੀਂ ਕੀ ਕਹਾਂਗੇ? ਡੁਪਲੈਟ ਰੂਲ। ਤਾਂ ਹਾਈਡਰੋਜਨ ਕਿਹੜਾ ਰੂਲ ਫੋਲੋ ਕਰੂਗਾ? ਡੁਪਲੈਟ ਰੂਲ, ਰਾਈਟ? ਜੇ ਆਪਾਂ ਲੀਥੀਅਮ ਬਾਰੇ ਗੱਲ ਕਰੀਏ, ਲੀਥੀਅਮ ਐਟੋਮਿਕ ਨੰਬਰ 3, ਕਨਫੀਗਰੇਸ਼ਨ 1s2 2s1, ਤਾਂ ਇਹਦੀ ਕਨਫੀਗਰੇਸ਼ਨ ਵੀ ਹੀਲੀਅਮ ਵਰਗੀ ਹੋ ਸਕਦੀ ਹੈ ਜੇ ਇਹ ਆਪਣਾ ਇੱਕ ਇਲੈਕਟ੍ਰੋਨ ਕਿਸੇ ਨੂੰ ਦੇ ਦੇਵੇ, ਰਾਈਟ? ਫਿਰ ਮਤਲਬ ਇਹ ਵੀ ਕਿਹੜਾ ਰੂਲ ਫੋਲੋ ਕਰਨਾ ਚਾਹੁੰਦਾ? ਡੁਪਲੈਟ ਰੂਲ, ਆਕਟੇਟ ਰੂਲ ਨਹੀਂ। ਕਿਹੜਾ ਰੂਲ? ਡੁਪਲੈਟ ਰੂਲ। ਇਜ਼ ਦਿਸ ਕਲੀਅਰ? ਤਾਂ ਕਿਸੇ ਵੀ ਐਲੀਮੈਂਟ ਦੀ ਆਪਣੇ ਆਊਟਰਮੋਸਟ ਸ਼ੈਲ ਦੇ ਵਿੱਚ ਦੋ ਇਲੈਕਟ੍ਰੋਨ ਕੈਰੀ ਕਰਨ ਦੀ ਟੈਂਡੈਂਸੀ ਨੂੰ ਅਸੀਂ ਕਹਿੰਦੇ ਆ that is duplet rule, और 8 इलेक्ट्रॉन कैरी करने की टेंडेंसी ਨੂੰ ਅਸੀਂ ਕਹਿੰਦੇ ਆ ऑक्टेट रूल, राइट? ਹੁਣ ਅਗਲੀ ਆਪਾਂ ਜਿਹੜਾ ਟੌਪਿਕ ਬਾਰੇ ਡਿਸਕਸ਼ਨ ਕਰਨੀ ਆ ਉਹ ਟੌਪਿਕ ਕੀ ਆ? that is types of chemical bondings, types of chemical bonding, ਰਾਈਟ? ਟਾਈਪਸ ਆਫ ਕੈਮੀਕਲ ਬੌਂਡਿੰਗ। ਕੈਮੀਕਲ ਬੌਂਡਿੰਗ 2-3 ਤਰ੍ਹਾਂ ਦੀਆਂ ਹੁੰਦੀਆਂ ਹੈ, ਸੌਰੀ 5 ਤਰ੍ਹਾਂ ਦੀਆਂ ਆਪਾਂ ਡਿਸਕਸ ਕਰਾਂਗੇ। ਦੈਟ ਇਜ਼ ਆਇਓਨਿਕ ਬੌਂਡ, ਸੈਕਿੰਡ ਵਨ ਇਜ਼ ਕੋਵੈਲੈਂਟ ਬੌਂਡ, ਥਰਡ ਵਨ ਇਜ਼ metallic bond, fourth one is van der Waals forces, fifth one is hydrogen bonding, sixth one is coordinate bonding. Is this clear? ਸੋ ਇੰਨੇ ਤਰ੍ਹਾਂ ਦੀਆਂ ਕੈਮੀਕਲ ਬੌਂਡਿੰਗ ਹੈ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚ ਹੈਗੀਆਂ। ਉਹ ਆਇਨਿਕ ਬੌਂਡ ਹੈ, ਕੋਵੈਲੈਂਟ ਬੌਂਡ ਹੈ, ਮੈਟੈਲਿਕ ਬੌਂਡ ਹੈ, ਦੈਨ ਕੋਆਰਡੀਨੇਟ ਬੌਂਡ ਹੈ। ਸੋ ਆਪਾਂ ਇਹ ਵਾਲੀਆਂ ਬੌਂਡਿੰਗਸ ਜਿਹੜੀਆਂ ਉਹ ਡਿਸਕਸ ਕਰਾਂਗੇ, 1 by 1 ਡਿਸਕਸ ਕਰਾਂਗੇ ਵਿਦ ਪ੍ਰੋਪਰ ਐਗਜ਼ਾਮਪਲਸ, ਰਾਈਟ? ਹੁਣ ਜਿਹੜੀ ਦੂਸਰੀ ਅਗਲੀ ਚੀਜ਼ ਆਪਾਂ ਡਿਸਕਸ ਕਰਨੀ ਆ ਦੈਟ ਇਜ਼ ਮੋਡ ਆਫ ਕੈਮੀਕਲ ਬੌਂਡਿੰਗ। ਮੋਡ ਆਫ ਕੈਮੀਕਲ ਬੌਂਡਿੰਗ, ਮੋਡਸ ਆਫ chemical bonding। ਮੋਡਸ ਮਤਲਬ ਕਿਹੜੇ ਤਰੀਕੇ ਦੇ ਨਾਲ ਐਟਮ ਇੱਕ ਦੂਜੇ ਨਾਲ ਕੰਬਾਈਨ ਕਰ ਸਕਦੇ ਆ। ਐਟਮਸ ਦਾ ਇੱਕ ਦੂਜੇ ਨਾਲ ਕੰਬਾਈਨ ਕਰਨ ਦੋ ਤਰੀਕੇ ਨਾਲ ਕਰ ਸਕਦੇ ਆ। ਵਨ ਮੈਥਡ ਇਜ਼ ਬਾਈ ਸ਼ੇਅਰਿੰਗ ਦਾ outermost shells electrons, ਜਾਂ ਤਾਂ ਆਪਣੇ ਬਾਹਰਲੇ ਸ਼ੈਲ ਦੇ ਇਲੈਕਟ੍ਰੋਨ ਇੱਕ ਦੂਜੇ ਨਾਲ ਸਾਂਝੇ ਕਰਕੇ ਔਰ ਬਾਈ ਐਕਸਚੇਂਜਿੰਗ ਦਾ outermost shells electrons।
ਠੀਕ ਹੈ। ਆਊਟਰਮੋਸਟ ਸ਼ੈਲ ਦੇ ਇਲੈਕਟ੍ਰੋਨ ਆਪਸ 'ਚ ਐਕਸਚੇਂਜ ਕਰਕੇ ਜਾਂ ਆਊਟਰਮੋਸਟ ਸ਼ੈਲ ਦੇ ਇਲੈਕਟ੍ਰੋਨਸ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਕੇ ਸਾਡੇ ਕੋਲ ਦੋ ਤਰੀਕੇ ਆ ਜਿਨ੍ਹਾਂ ਦੇ ਥਰੂ ਐਟਮਸ ਇੱਕ ਦੂਜੇ ਨਾਲ ਕੀ ਕਰ ਸਕਦੇ ਆ, ਬੌਂਡ ਕਰ ਸਕਦੇ ਆ। ਸੋ ਰਾਜੇ ਸੋ ਵੀ ਹੈਵ ਟੂ ਮੋਡਸ ਆਫ ਕੈਮੀਕਲ ਬੌਂਡਿੰਗ। They join with each other either by sharing the electrons or either by exchanging their outermost shells electron, right? So अगली वीडियो ਜਿਹੜੀ ਆ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਪੈਸੀਫਿਕ ਟਾਈਪਸ ਆਫ ਕੈਮੀਕਲ ਬੌਂਡਿੰਗ, ਮਤਲਬ ਆਇਨਿਕ ਬੌਂਡ, ਫਿਰ ਉਸ ਤੋਂ ਬਾਅਦ ਵਿਦ ਐਗਜ਼ਾਮਪਲ ਆਪਾਂ ਸ਼ੇਅਰਿੰਗ ਜਿਹੜੀ ਹੈ ਕੋਵੈਲੈਂਟ ਬੌਂਡ ਡਿਸਕਸ ਕਰਾਂਗੇ। ਓਕੇ, ਥੈਂਕ ਯੂ ਵੈਰੀ ਮਚ ਸਟੂਡੈਂਟਸ।